ਅੱਜ ਹੀ ਬਹੁਤ ਵੱਡਾ ਬਜਟ ਜਿਹੜਾ ਯੂਐਸ ਕਾਂਗਰਸ ਦੇ ਵਿੱਚ ਪਾਸ ਹੁੰਦਾ ਹੈ, ਉਹਦੇ 'ਚ $1 ਬਿਲੀਅਨ ਜਿਹੜਾ ਯੂਕਰੇਨ ਦੇ ਲਈ ਮੋਰ ਰਾਕੇਟਸ ਅਦਰ ਆਰਮਸ ਫॉर ਯੂਕਰੇਨ ਜਿਹੜਾ ਹੈ ਉਹ ਬੇਸ਼ੱਕ ਇੱਕ ਸਟੇਜ ਦੇ ਉੱਤੇ ਫਲੇਅਰਿੰਗ ਪੁਆਇੰਟ ਲੱਗਦਾ ਸੀ, ਲੇਕਿਨ ਉਹ ਰਸ਼ੀਆ ਦਾ ਅਫਗਾਨਿਸਤਾਨ ਇਹਨਾਂ ਨੇ ਬਣਾਉਣਾ ਹੈ। ਯੂਰਪੀਅਨ ਪਾਵਰਸ ਨੇ ਉਹਨਾਂ ਨੇ ਕਿਹਾ ਕਿ ਭਾਈ ਜਦੋਂ ਤੱਕ ਨਿਊਕਲੀਅਰ ਨਹੀਂ ਹੁੰਦਾ ਵਰਲਡ, ਘੱਟੋ ਘੱਟ ਜਿਹੜੀਆਂ ਨਿਊਕਲੀਅਰ ਪਾਵਰਸ ਨੇ ਜਿਨ੍ਹਾਂ ਕੋਲ ਨਿਊਕਲੀਅਰ ਹਥਿਆਰ ਨੇ ਉਹ ਇਹ ਐਲਾਨ ਤਾਂ ਕਰਨ ਕਿ ਨੋ ਫਸਟ ਯੂਜ਼। ਇਹੀ ਨਹੀਂ, ਇੱਕ ਤਾਂ ਤੁਸੀਂ ਪਲੈਜ ਕਰੋ ਵੀ ਪਹਿਲਾਂ ਯੂਜ਼ ਨਹੀਂ ਕਰੋਗੇ, ਫਿਰ ਜਿਨ੍ਹਾਂ ਦੇ ਕੋਲ ਨਿਊਕਲੀਅਰ ਨਹੀਂ ਹੈ ਉਹਨਾਂ ਨੂੰ ਤੁਸੀਂ ਥ੍ਰੈਟ ਨਾ ਕਰੋ। ਆਈ ਥਿੰਕ that nobody can accept the idea that a new nuclear war would happen. This will be the destruction of the planet. ਜੇ ਫਸਟ ਯੂਜ਼ ਕੋਈ ਕਰ ਲੈਂਦਾ ਤਾਂ ਦੂਸਰਾ ਵੀ ਨਿਊਕਲੀਅਰ ਬੈਠਾ ਹੈ, ਉਹ ਜਵਾਬੀ ਕਾਰਵਾਈ ਕਰੇਗਾ, ਇਹਦੇ 'ਚ ਤਾਂ ਫਿਰ ਕਿਸੇ ਦਾ ਵੀ ਬਚਾਅ ਨਹੀਂ ਹੋਣਾ। ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਨਾਈਟਿਡ ਨੇਸ਼ਨਜ਼ ਦੇ ਸੈਕਟਰੀ ਜਨਰਲ ਨੇ ਹੀਰੋਸ਼ੀਮਾ ਐਟਮ ਧਮਾਕਿਆਂ ਦੀ 77ਵੀਂ ਬਰਸੀ ਮੌਕੇ ਬੋਲਦਿਆਂ ਕਿਹਾ ਹੈ ਕਿ ਦੁਨੀਆ ਦੇ ਨਿਊਕਲੀਅਰ ਸ਼ਕਤੀ ਨਾਲ ਲੈਸ ਮੁਲਕਾਂ ਵੱਲੋਂ ਇਹ ਐਲਾਨ ਕੀਤਾ ਜਾਣਾ ਚਾਹੀਦਾ ਹੈ ਕਿ ਉਹ ਪਹਿਲੇ ਕਿਸੇ ਤੇ ਵੀ ਨਿਊਕਲੀਅਰ ਹਮਲਾ ਨਹੀਂ ਕਰਨਗੇ। ਇਸ ਨਾਲ ਦੁਨੀਆ ਵਿੱਚ ਨਿਊਕਲੀਅਰ ਜੰਗ ਦਾ ਖਤਰਾ ਨਹੀਂ ਰਹੇਗਾ ਔਰ ਇਸ ਨਾਲ ਸਾਡੀ ਧਰਤੀ ਮੁਕੰਮਲ ਤਬਾਹੀ ਤੋਂ ਬਚ ਜਾਵੇਗੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਨਿਊਕਲੀਅਰ ਇਸ਼ੂ ਮੇਰੇ ਲਈ ਹਮੇਸ਼ਾ ਹੀ ਇੱਕ ਅਹਿਮੀਅਤ ਵਾਲਾ ਇਸ਼ੂ ਹੁੰਦਾ ਹੈ, ਹਾਲਾਂਕਿ ਸਾਡਾ ਇੱਕ ਵੱਡਾ ਤਬਕਾ ਉਹਨਾਂ ਦੇ ਉੱਤੋਂ ਦੀ ਗੱਲ ਗੁਜ਼ਰ ਜਾਂਦੀ ਹੈ। ਮੈਂ ਸਮਝਦਾ ਹਾਂ ਵੀ ਜਦੋਂ ਅਸੀਂ ਕਨਫਲਿਕਟ ਜ਼ੋਨਸ ਦੀ ਗੱਲ ਕਰਦੇ ਹਾਂ ਔਰ ਆਉਣ ਵਾਲੇ ਪੀਰੀਅਡ ਦੇ ਵਿੱਚ ਜਾਂ ਆਉਣ ਵਾਲੇ ਦਹਾਕਿਆਂ ਤੱਕ ਇਹ ਇੰਪੈਕਟ ਰਹੇਗਾ, ਇਸ ਵੇਲੇ ਜਿਹੜਾ ਦੁਨੀਆ ਦਾ ਜਾਂ ਗਲੋਬਲ ਕਨਫਲਿਕਟ ਜ਼ੋਨ ਹੈ ਉਹ ਸਾਡਾ ਖਿੱਤਾ ਬਣ ਗਿਆ। ਅਮਰੀਕਾ ਚੀਨ ਰਾਈਵਲਰੀ, ਚੀਨ ਭਾਰਤ ਟਕਰਾ, ਸੈਂਟਰਲ ਏਸ਼ੀਆ ਦੇ ਨਾਲ ਕਿਉਂਕਿ ਗੇਟਵੇ ਹੈ, ਪਾਕਿਸਤਾਨ ਇੱਕੋ ਇੱਕ ਨਿਊਕਲੀਅਰ ਪਾਵਰ, ਚਾਈਨਾ ਦੇ ਆਪਣੇ ਡਿਜ਼ਾਈਨ, ਔਰ ਇਹੀ ਕਾਰਨ ਹੈ ਕਿ ਅਸੀਂ ਦੇਖ ਰਹੇ ਹਾਂ ਕਿ ਤਾਈਵਾਨ ਦੇ ਮੁੱਦੇ ਨੂੰ ਲੈ ਕੇ ਬੇਸ਼ੱਕ ਸ਼ੁਰੂ ਦੇ ਵਿੱਚ ਇਹ ਪ੍ਰੋਵੋਕੇਸ਼ਨ ਵਾਂਗ ਲੱਗਦਾ ਸੀ, ਪਰ ਹੁਣ ਇਹ ਲੱਗਦਾ ਹੈ ਕਿ ਜਿਵੇਂ ਚਾਈਨਾ ਨੇ ਡਿਕਲੇਅਰ ਕੀਤਾ ਹੈ ਕਿ ਵੀ ਉਹ ਲਗਾਤਾਰਤਾ ਨਾਲ ਉੱਥੇ ਹੁਣ ਆਪਣੀਆਂ ਮਿਲਟਰੀ ਡਰਿਲਸ ਐਕਸਰਸਾਈਜ਼ ਜਾਰੀ ਰੱਖੇਗਾ, ਜਿਹੜਾ ਤਾਈਵਾਨ ਦੀ ਆਲਮੋਸਟ ਜਿਹੜੀ ਇੱਕ ਬਲੌਕਿੰਗ ਵਾਂਗ ਹੈ ਔਰ ਇਹ ਖਤਰਨਾਕ ਪਾਰਟ ਵੀ ਹੈ। ਔਰ ਇਸੇ ਤਰ੍ਹਾਂ ਈਵਨ ਸਾਊਥ ਏਸ਼ੀਆ ਦੇ ਜਿਹੜੇ ਭਾਰਤ ਨੂੰ ਛੱਡ ਕੇ ਸਾਰੇ ਦੇ ਸਾਰੇ ਮੁਲਕ ਨੇ, ਉਹਨਾਂ ਨੇ ਸਣੇ ਬੰਗਲਾਦੇਸ਼, ਸ੍ਰੀਲੰਕਾ ਔਰ ਮਾਲਦੀਵਸ ਔਰ ਦੂਸਰਿਆਂ ਨੇ ਚਾਈਨਾ ਦੀ ਹਮਾਇਤ ਕੀਤੀ ਹੈ ਤਾਈਵਾਨ ਦੇ ਮੁੱਦੇ 'ਤੇ। ਵਨ ਨੇਸ਼ਨ ਜਿਹੜਾ ਪਾਲਿਸੀ ਦੀ ਚਾਈਨਾ ਐਜ਼ ਏ ਵਨ ਨੇਸ਼ਨ, ਤਾਈਵਾਨ ਔਰ ਤਿੱਬਤ ਉਹਦਾ ਹਿੱਸਾ ਨੇ। ਸੋ ਇਸ ਵੇਲੇ ਜੋੜ ਤੋੜ ਚੱਲ ਰਿਹਾ ਹੈ ਕਿ ਭਾਈ ਦੁਨੀਆ ਦੇ ਜਿਹੜੇ ਬਲਾਕ ਨੇ ਕੌਣ ਕਿੱਧਰ ਨੂੰ ਜਾਏਗਾ। ਅਮਰੀਕਾ ਦੇ ਸੈਕਟਰੀ ਆਫ ਸਟੇਟ ਐਂਟੋਨੀ ਬਲਿੰਕਨ ਜਿਹੜੇ ਨੇ ਅੱਜ ਕੱਲ੍ਹ ਅਫਰੀਕਾ ਦੇ ਦੌਰੇ 'ਤੇ ਨੇ ਔਰ ਉਹਨਾਂ ਨੇ ਉੱਥੇ ਖਲੋ ਕੇ ਵੀ ਇਹ ਸਟੇਟਮੈਂਟ ਦਿੱਤੀ ਹੈ, ਬਲਿੰਕਨ ਅਫਰੀਕਾ ਟ੍ਰਿਪ ਦਾ ਵਰਲਡ ਸ਼ੁੱਡ ਨਾਟ ਡਿਕਟੇਟ ਟੂ ਦਾ ਕੰਟੀਨੈਂਟ, ਕਿਉਂਕਿ ਇਸ ਵੇਲੇ ਅਫਰੀਕਨ ਮੁਲਕਾਂ ਨੂੰ ਵੀ ਉਹਨਾਂ ਨੇ ਚਾਈਨਾ ਦੇ ਬਲਾਕ 'ਚ ਜਾਣਾ ਹੈ, ਅਮਰੀਕਾ ਦੇ ਜਾਣਾ ਹੈ, ਰਸ਼ੀਅਨ ਇਨਫਲੂਐਂਸ ਵੀ ਵੱਧ ਰਿਹਾ ਹੈ ਔਰ ਇਹ ਸਾਰੇ ਦੇ ਚੱਲਦਿਆਂ ਹਰ ਕੋਈ ਇਸ ਵੇਲੇ ਆਪੋ ਆਪਣੀ ਲੌਬੀ ਦੇ ਉੱਤੇ ਲੱਗਾ ਹੋਇਆ ਹੈ। ਲੇਕਿਨ ਇਸ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਕਿ ਜਿਹੜਾ ਕਨਫਲਿਕਟ ਜ਼ੋਨ ਹੈ ਯੂਕਰੇਨ ਜਿਹੜਾ ਹੈ ਉਹ ਬੇਸ਼ੱਕ ਇੱਕ ਸਟੇਜ ਦੇ ਉੱਤੇ ਫਲੇਅਰਿੰਗ ਪੁਆਇੰਟ ਲੱਗਦਾ ਸੀ, ਲੇਕਿਨ ਉਹ ਰਸ਼ੀਆ ਦਾ ਅਫਗਾਨਿਸਤਾਨ ਇਹਨਾਂ ਨੇ ਬਣਾਉਣਾ ਹੈ। ਯੂਰਪੀਅਨ ਪਾਵਰਸ ਨੇ, ਜਿਵੇਂ ਅੱਜ ਹੀ ਬਹੁਤ ਵੱਡਾ ਬਜਟ ਜਿਹੜਾ ਯੂਐਸ ਕਾਂਗਰਸ ਦੇ ਵਿੱਚ ਪਾਸ ਹੁੰਦਾ ਹੈ, ਉਹਦੇ 'ਚ $1 ਬਿਲੀਅਨ ਜਿਹੜਾ ਯੂਕਰੇਨ ਦੇ ਲਈ ਮੋਰ ਰਾਕੇਟਸ ਅਦਰ ਆਰਮਸ ਫॉर ਯੂਕਰੇਨ, ਇਕੱਲਾ $1 ਬਿਲੀਅਨ ਇਹਦੇ ਲਈ ਹੈ। ਹਾਲਾਂ ਓਵਰਆਲ ਜਿਹੜੀ ਹੈ $40 ਬਿਲੀਅਨ ਦੇ ਨੇੜੇ ਤੇੜੇ ਹੈਲਪ ਹੈ। ਇਸ ਬਜਟ 'ਚ ਵੀ ਅਗਲੇ 'ਚ $9 ਬਿਲੀਅਨ ਐਕਸਟਰਾ ਰੱਖਿਆ। ਸੋ ਇਹ ਜਾਰੀ ਰਹੇਗਾ, ਇਹ ਲੋਕ ਕੀ ਜਾਂ ਦੂਜਾ ਰਹੇਗਾ, ਪਰ ਜਿਹੜਾ ਹੌਟ ਪੁਆਇੰਟ ਬਣ ਰਿਹਾ ਹੈ ਉਹ ਉਧਰ ਨੂੰ ਜਾ ਰਿਹਾ। ਔਰ ਇਸ ਗੱਲ ਦਾ ਧਿਆਨ ਰਹੇ ਕਿ ਉਸ ਖਿੱਤੇ 'ਚ ਜਿੱਥੇ ਸਾਡੀ ਸਿੱਖ ਸਿਵਲਾਈਜੇਸ਼ਨ ਹੈ, ਸਾਡਾ ਮੁਲਕ ਖਾਲਿਸਤਾਨ ਹੈ ਭਵਿੱਖ ਦਾ, ਉੱਥੇ ਇਹ ਤਿੰਨੋਂ ਹੀ ਨਿਊਕਲੀਅਰ ਪਾਵਰਸ ਜਿਹੜੀਆਂ ਨੇ ਚਾਈਨਾ, ਪਾਕਿਸਤਾਨ ਔਰ ਇੰਡੀਆ, ਉਹਨਾਂ ਦੀਆਂ ਸਰਹੱਦਾਂ ਲੱਗਦੀਆਂ ਨੇ, ਬਾਰਡਰ ਹੈ ਔਰ ਸੈਕਿੰਡਸ ਅਵੇ ਹੈ ਬਟਨ ਦੱਬਣ ਦੇ। ਇੱਥੇ ਤਾਂ ਜਦੋਂ ਅਸੀਂ ਰੂਸ ਜਾਂ ਅਮਰੀਕਾ
ਅਮਰੀਕਾ ਜਾਂ ਫਰਾਂਸ, ਚੀਨ ਜਾਂ ਅਮਰੀਕਾ ਇਹਦੀ ਗੱਲ ਕਰਦੇ ਸੀ, ਇਹ ਤਾਂ ਮਾਈਲਸ ਅਪਾਰਟ ਸੀ। ਇਹ ਵੱਖਰੀ ਗੱਲ ਹੈ ਕਿ ਹੁਣ ਜਿਹੜੇ 에ਅਰਕ੍ਰਾਫਟ ਕੈਰੀਅਰ ਦੂਜੇ ਤੀਜੇ ਸਮੁੰਦਰਾਂ ਦੇ ਵਿੱਚ ਆ ਗਏ ਨੇ, ਉਹਨਾਂ 'ਚ ਵੀ ਜਿਹੜੀਆਂ ਨੇ ਨਿਊਕਲੀਅਰ ਲੈਸ ਮਿਸਾਈਲਾਂ ਨੇ, ਔਰ ਉਹ ਕਿਤੇ ਵੀ ਜਾ ਕੇ ਉਹ ਟਕਰਾਅ ਦਾ ਕਾਰਨ ਬਣ ਸਕਦਾ। ਪਰ ਇਸ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਕਿ ਇੱਕ ਕਿਹੜਾ ਮੁਲਕ ਕਿਹਦੇ ਤੇ बढ़त ਹਾਸਲ ਕਰਦਾ ਹੈ, ਕਿਹਦੀ ਇਕੋਨਮੀ ਅਪ ਜਾਂਦੀ ਹੈ, ਕਿਹਦੀ ਡਾਊਨ ਜਾਂਦੀ ਹੈ। ਪਰ ਇਸ ਦੇ ਉੱਤੇ ਸਾਰੇ ਹੀ ਜਿਹੜੇ ਨੇ ਇੱਕ ਮਤ ਨੇ ਕਿ ਜੇ ਕੋਈ ਟਕਰਾਅ ਨਿਊਕਲੀਅਰ ਪਾਵਰਸ ਦੇ ਵਿਚਾਲੇ ਆਪਸ ਹੁੰਦਾ, ਜਿਹਦੀਆਂ ਸੰਭਾਵਨਾਵਾਂ ਜਦੋਂ ਅਸੀਂ ਚਾਈਨਾ ਪਾਕਿਸਤਾਨ ਇੰਡੀਆ ਕਹਿੰਦੇ ਹਾਂ, ਅਮਰੀਕਾ ਚਾਈਨਾ ਕਹਿੰਦੇ ਹਾਂ, ਇੱਧਰੋਂ ਨਾਰਥ ਕੋਰੀਆ ਨੇ ਸਿਰ ਚੁੱਕਿਆ ਹੈ, ਉਧਰ ਇਜ਼ਰਾਈਲ ਜਿਹੜੀ ਹੈ ਉਹ ਨਿਊਕਲੀਅਰ ਪਾਵਰ ਹੈ, ਉਹਦਾ ਮਤਲਬ ਹੋਏਗਾ ਇਸ ਪਲੈਨਟ ਦੀ, ਇਸ ਧਰਤੀ ਦੀ ਮੁਕੰਮਲ ਤਬਾਹੀ। ਔਰ ਉਹਦੇ 'ਚ ਜਿਹੜੀ ਗੱਲ, ਕਿਉਂਕਿ 6 ਅਗਸਤ ਦਾ ਉਹ ਦਿਨ ਹੈ ਜਿਸ ਦਿਨ ਹੀਰੋਸ਼ੀਮਾ ਦੇ ਉੱਤੇ ਜਿਹੜਾ ਹੈ ਉਹ ਬੰਬ ਅਮਰੀਕਾ ਨੇ ਪਹਿਲਾ ਐਟਮ ਬੰਬ ਸੁੱਟਿਆ ਸੀ, ਉਸ ਤੋਂ 3 ਦਿਨ ਬਾਅਦ ਫਿਰ ਨਾਗਾਸਾਕੀ ਦੇ ਉੱਤੇ, ਔਰ 6 ਅਗਸਤ ਜਿਹੜਾ ਗੁਜ਼ਰਿਆ, ਔਰ ਇਹ ਵੱਡਾ ਫੰਕਸ਼ਨ ਹੀਰੋਸ਼ੀਮਾ 'ਚ ਵੀ ਹੋਇਆ, ਔਰ ਹੁਣ ਟੋਕੀਓ ਦੇ ਵਿੱਚ ਵੀ ਇਸ ਮੁੱਦੇ ਦੇ ਉੱਤੇ ਕਾਨਫਰੰਸ ਚੱਲ ਰਹੀ ਹੈ। ਔਰ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਜਿਹੜੇ ਨੇ ਮਿਸਟਰ ਐਂਟੋਨੀਓ ਗੁਟਰਸ ਜਿਹੜੇ ਨੇ ਉਹ ਉੱਥੇ ਪਹੁੰਚੇ ਹੋਏ ਨੇ, ਔਰ ਉਹਨਾਂ ਨੇ ਜਿਹੜਾ ਟੋਕੀਓ ਦੇ ਵਿੱਚ ਵੀ ਔਰ ਹੀਰੋਸ਼ੀਮਾ 'ਚ ਵੀ ਜਿਹੜੀ ਗੱਲ ਕਹੀ ਉਹ ਉਹੀ ਹੈ ਜਿਹੜਾ ਮੈਂ ਪਹਿਲਾਂ ਰਿਪੀਟ ਕੀਤਾ। ਉਹਨਾਂ ਨੇ ਕਿਹਾ ਕਿ ਭਾਈ ਜਦੋਂ ਤੱਕ ਡੀ ਨਿਊਕਲੀਅਰ ਨਹੀਂ ਹੁੰਦਾ ਵਰਲਡ, ਘੱਟੋ ਘੱਟ ਜਿਹੜੀਆਂ ਨਿਊਕਲੀਅਰ ਪਾਵਰਸ ਨੇ ਜਿਨ੍ਹਾਂ ਕੋਲ ਨਿਊਕਲੀਅਰ ਹਥਿਆਰ ਨੇ, ਉਹ ਇਹ ਐਲਾਨ ਤਾਂ ਕਰਨ ਕਿ ਨੋ ਫਸਟ ਯੂਜ਼, ਕਿ ਅਸੀਂ ਪਹਿਲਾਂ ਯੂਜ਼ ਨਹੀਂ ਕਰਾਂਗੇ। ਔਰ ਉਹਨਾਂ ਨੇ ਕਿਹਾ ਵੀ ਜੇ ਇਹ ਐਲਾਨ ਹੋਇਆ ਕਿ ਨੋ ਫਸਟ ਯੂਜ਼, ਇਹਦਾ ਮਤਲਬ ਕਿ ਸਾਡਾ ਪਲੈਨਟ ਜਿਹੜਾ ਹੈ ਉਹ ਸੇਫ ਹੋਏਗਾ। ਅਦਰਵਾਈਜ਼ ਜੇ ਫਸਟ ਯੂਜ਼ ਕੋਈ ਕਰ ਲੈਂਦਾ ਤਾਂ ਦੂਸਰਾ ਵੀ ਨਿਊਕਲੀਅਰ ਬੈਠਾ ਹੈ ਉਹ ਜਵਾਬੀ ਕਾਰਵਾਈ ਕਰੇਗਾ। ਇਹਦੇ 'ਚ ਤਾਂ ਫਿਰ ਕਿਸੇ ਦਾ ਵੀ ਬਚਾਅ ਨਹੀਂ ਹੋਣਾ, ਕਿਉਂਕਿ ਨਿਊਕਲੀਅਰ ਰੇਡੀਏਸ਼ਨਸ ਇਕੱਲੀ ਹੀ ਨਹੀਂ ਹੁੰਦੀ ਵੀ ਅੱਗ ਲੱਗਦੀ ਹੈ ਜਾਂ ਉੱਚਾ, ਫਿਰ ਤਾਂ ਸਾਰਾ ਅੱਜ ਤੱਕ ਵੀ ਹੀਰੋਸ਼ੀਮਾ ਨਾਗਾਸਾਕੀ ਜਿਹਦੇ ਕੀ ਇਫੈਕਟ ਨੇ ਉਹ ਦੇਖੇ ਜਾ ਸਕਦੇ ਨੇ। ਔਰ ਇਹ ਉਹਦੇ ਜਿਹੜੇ ਐਗਜ਼ੈਕਟ ਲਫ਼ਜ਼ ਉਹਨਾਂ ਨੇ ਕਹੇ ਸੈਕਟਰੀ ਜਨਰਲ ਨੇ ਐਂਟੋਨੀਓ ਗੁਟਰੇਸ, ਦਿਸ ਇਜ਼ ਦਾ ਮੋਮੈਂਟ ਟੂ ਆਸਕ ਦ ਨਿਊਕਲੀਅਰ ਆਰਮਡ ਕੰਟਰੀਜ਼ ਟੂ ਕਮਿਟ ਟੂ ਦ ਪ੍ਰਿੰਸੀਪਲ ਆਫ ਨੋ ਫਸਟ ਯੂਜ਼ ਐਂਡ ਟੂ ਕਮਿਟ ਟੂ ਨਾਟ ਯੂਜ਼ ਐਂਡ ਨਾਟ ਥ੍ਰੈਟਨ ਦ ਨਾਨ ਨਿਊਕਲੀਅਰ ਕੰਟਰੀਜ਼। ਕਿ ਭਾਈ ਇਹੀ ਨਹੀਂ, ਇੱਕ ਤਾਂ ਤੁਸੀਂ ਪਲੈਜ ਕਰੋ ਵੀ ਪਹਿਲਾਂ ਯੂਜ਼ ਨਹੀਂ ਕਰੋਗੇ, ਫਿਰ ਜਿਨ੍ਹਾਂ ਦੇ ਕੋਲ ਨਿਊਕਲੀਅਰ ਨਹੀਂ ਹੈ ਉਹਨਾਂ ਨੂੰ ਤੁਸੀਂ ਥ੍ਰੈਟ ਨਾ ਕਰੋ। ਔਰ ਇਸ ਸਾਰੇ ਦੇ ਚੱਲਦਿਆਂ ਉਹਨਾਂ ਨੇ ਕਿਹਾ ਕਿ ਆਈ ਥਿੰਕ ਦੈਟ nobody can accept the idea that a new nuclear war would happen. This will be the destruction of the planet. ਵੀ ਇਹਦੇ 'ਤੇ ਤਾਂ ਕੋਈ ਦੋ ਰਾਵਾਂ ਨਹੀਂ ਕਿ ਜੇ ਨਿਊਕਲੀਅਰ ਵਾਰ ਹੁੰਦੀ ਹੈ ਤਾਂ ਇਹਦਾ ਮਤਲਬ ਹੋਏਗਾ ਇਸ ਪਲੈਨਟ ਦੀ ਮੁਕੰਮਲ ਡਿਸਟਰਕਸ਼ਨ। ਔਰ ਕਿਉਂਕਿ ਅੱਜ ਇਹ ਖਬਰਾਂ 'ਚ ਵੀ ਸੀ ਕਿ ਯੂਕਰੇਨ ਦੇ ਜ਼ੈਪੋਰਿਜ਼ਨਸ ਨਿਊਕਲੀਅਰ ਪਲਾਂਟ ਹੈ ਉਹਨਾਂ ਦੇ ਸ਼ਹਿਰ 'ਚ, ਜਿਹੜਾ ਯੂਰਪ ਦਾ ਸਭ ਤੋਂ ਵੱਡਾ ਨਿਊਕਲੀਅਰ ਪਲਾਂਟ ਹੈ, ਕਿ ਉਹ ਰਸ਼ੀਆ ਦੇ ਕਬਜ਼ੇ 'ਚ ਹੈ। ਔਰ ਰਸ਼ੀਆ ਨੇ ਉੱਥੇ ਆਪਣਾ ਆਰਮੀ ਹੈੱਡਕੁਆਟਰ ਬਣਾਇਆ ਕਿਉਂਕਿ ਯੂਕਰੇਨ ਨਾਲ ਚੱਲ ਰਹੇ ਕ੍ਰਾਈਸਿਸ 'ਚ ਉਹਨੇ ਯੂਕਰੇਨ ਤੋਂ ਇਹ ਇਲਾਕਾ ਖੋਇਆ। ਔਰ ਉਹਨਾਂ ਨੇ ਕਿਹਾ ਕਿ ਬਈ ਐਨੀ ਅਟੈਕ ਟੂ ਏ ਨਿਊਕਲੀਅਰ ਪਲਾਂਟ ਇਜ਼ ਏ ਸੁਸਾਈਡਲ ਥਿੰਗ, ਕਿ ਜੇ ਇਸ ਦੇ ਉੱਤੇ ਕੋਈ ਅਟੈਕ ਹੁੰਦਾ ਕਿਸੇ ਪਾਸਿਓਂ ਵੀ, ਸੋ ਅਸੀਂ ਬਿਲਕੁਲ ਸਹਿਮਤ ਹਾਂ। ਅਸੀਂ ਸਮਝਦੇ ਹਾਂ ਵੀ ਜਿੱਥੇ ਦੁਨੀਆ ਦੇ ਅੱਡ-ਅੱਡ ਮੁਲਕਾਂ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਅਵੇਅਰਨੈਸ ਹੈ, ਐਕਟਿਵਿਜ਼ਮ ਹੈ, ਸਾਡੇ ਆਪਣੇ ਬੱਚੇ ਬੱਚੀਆਂ ਨੂੰ ਵੀ ਯੰਗਰ ਜਨਰੇਸ਼ਨ ਕਲਾਈਮੇਟ ਬਾਰੇ ਤਾਂ ਹੁਣ ਸਮਝਦੀ ਹੈ, ਲੇਕਿਨ ਅਸੀਂ ਘਰ 'ਚ ਬੈਠੇ ਹਾਂ, ਘਰਾਂ 'ਚ ਬੈਠੇ ਗੱਲਾਂ ਕਰਦੇ ਹਾਂ, ਅਸੀਂ ਬਾਹਰ ਨਿਕਲ ਕੇ ਜਿਹੜਾ ਇਸ ਦੇ ਉੱਤੇ ਕੰਮ ਨਹੀਂ ਕਰਦੇ। ਇਹ ਇੰਪੋਰਟੈਂਟ ਹੈ ਕਿ ਅਸੀਂ ਆਪਣਾ ਐਕਟਿਵਿਜ਼ਮ ਦਿਖਾਈਏ। ਔਰ ਇਕੱਲਾ ਇਹੀ ਨਹੀਂ, ਜਿਹੜੇ ਇਸ਼ੂ ਸਾਨੂੰ ਪ੍ਰਭਾਵਿਤ ਕਰਦੇ ਨੇ, ਸਿੱਖੀ ਇਸ਼ੂ ਤੇ ਤਾਂ ਹੈ ਹੀ ਹੈ। ਜਿਵੇਂ ਹੁਣ 13 ਅਗਸਤ ਨੂੰ ਯੂਨਾਈਟਿਡ ਨੇਸ਼ਨਸ ਦੇ ਬਾਹਰ ਡੈਮੋਨਸਟ੍ਰੇਸ਼ਨ ਹੈ 11 ਤੋਂ 2 ਤੱਕ। 14 ਅਗਸਤ ਨੂੰ ਵਾਸ਼ਿੰਗਟਨ ਇੰਡੀਅਨ ਐਮਬੈਸੀ ਦੇ ਬਾਹਰ ਜਿਹੜਾ ਦੁਪਹਿਰ ਨੂੰ ਜਿਹੜਾ ਉਹ ਪ੍ਰੋਟੈਸਟ ਹੈ, ਉਹਦੇ 'ਚ ਵੀ ਸ਼ਮੂਲੀਅਤ ਹੋਣੀ ਚਾਹੀਦੀ ਹੈ ਸਾਡੇ ਸਾਰਿਆਂ ਦੀ, ਯੰਗਸਟਰਸ ਦੀ ਖਾਸ ਕਰ। ਲੇਕਿਨ ਮੈਂ ਸਮਝਦਾ ਹਾਂ ਵੀ ਇਹ ਜਿਹੜੇ ਕਲਾਈਮੇਟ ਚੇਂਜ, ਨਿਊਕਲੀਅਰ ਨਾਨ ਪ੍ਰੋਲੀਫਰੇਸ਼ਨ ਔਰ ਮੁਲਕਾਂ ਨੂੰ ਜਿਹੜੇ ਵੀ ਜਿੱਥੇ ਜਿੱਥੇ ਦਰਪੇਸ਼ ਜਿਹੜੇ ਇਸ਼ੂਜ਼ ਹੁੰਦੇ ਨੇ ਉਹਨਾਂ 'ਚ ਵੀ ਸਾਡੀ ਪਾਰਟਿਸਿਪੇਸ਼ਨ ਹੋਣੀ ਚਾਹੀਦੀ ਹੈ। ਨਹੀਂ ਤਾਂ ਫਿਰ ਇਹ ਪੜ੍ਹਨ ਲਈ ਰਹਿ ਜਾਏਗਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਇਹ ਪੜ੍ਹਨ ਲਈ ਨਹੀਂ ਹੈ। ਜੇ ਅਸੀਂ ਸਰਬੱਤ ਦਾ ਭਲਾ ਚਾਹੁੰਦੇ ਹਾਂ ਤਾਂ ਜਿਹੜੇ ਇਸ਼ੂ ਸਰਬੱਤ ਨੂੰ
ਸਾਰਿਆਂ ਨੂੰ ਪ੍ਰਭਾਵਿਤ ਕਰਦੇ ਨੇ, ਉਹਨਾਂ 'ਚ ਵੀ ਸਾਡੀ ਸ਼ਮੂਲੀਅਤ ਹੋਣੀ ਜੀ ਚਾਹੀਦੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।